ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰਸ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਪੇਸ਼ ਨੇ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਨਾਂ ਦੀ ਮੰਗ ਹੁਣ ਕੈਨੇਡਾ ਦੀ ਪਾਰਲੀਮੈਂਟ ਵਿੱਚ ਗੂੰਜ। ਅਮਰੀਕਾ ਨੂੰ ਪਿੱਛੇ ਛੱਡ ਪੜ੍ਹਾਈ ਤੇ ਨੌਕਰੀ ਲਈ ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ। ਤਾਈਵਾਨ ਚੀਨ ਦਾ ਅਨਿੱਖੜਵਾਂ ਅੰਗ ਬਣੇਗਾ ਤੇ ਆਖਰਕਾਰ ਮਾਤ ਭੂਮੀ ਦੀਆਂ ਬਾਹਾਂ 'ਚ ਵਾਪਸ ਆਵੇਗਾ। ਚੀਨੀ ਵਿਦੇਸ਼ ਮੰਤਰੀ ਨੇ ਯੂਕਰੇਨ ਸੰਕਟ ਦੇ ਵਿਚਕਾਰ ਦਿੱਤੇ ਚਿੰਤਾਜਨਕ ਸੰਕੇਤ। ਯੂਕਰੇਨ ਰੂਸ ਯੁੱਧ ਵਿਚਾਲੇ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵਧੀ ਕੇਂਦਰ ਸਰਕਾਰ ਦੀ ਚਿੰਤਾ। ਯੂਕਰੇਨ ਨੂੰ 72.3 ਕਰੋੜ ਡਾਲਰ ਦੀ ਮਦਦ ਦੇਵੇਗਾ ਵਿਸ਼ਵ ਬੈਂਕ। ਯੂਕਰੇਨ ਤੇ ਰੂਸ ਮਨੁੱਖੀ ਸਹਾਇਤਾ ਲਈ ਸੁਰੱਖਿਅਤ ਲਾਂਘਾ ਯਕੀਨੀ ਬਣਾਉਣ ਸੰਯੁਕਤ ਰਾਸ਼ਟਰ। ਹੁਣ ਖਬਰਾਂ ਦਾ ਵਿਸਥਾਰ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ ਫਰੇਜ਼ਰ ਕੈਨੀਅਨ ਮੈਟਸਕੀ ਖੇਤਰ ਦੀ ਨੁਮਾਇੰਦਗੀ ਕਰਦੇ ਕੈਨੇਡਾ ਦੇ ਸੰਸਦ ਮੈਂਬਰ ਬ੍ਰੈਡ ਵਿਸ ਵੱਲੋਂ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਨੂੰ ਕੈਨੇਡਾ ਦੀ ਸੰਸਦ ਵਿੱਚ ਉਠਾਉਣ ਅਤੇ ਸਰਗਰਮੀ ਨਾਲ ਇਸ ਦੀ ਵਕਾਲਤ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ। ਵੈਨਕੂਵਰ ਤੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਰਦਾਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕੈਨੇਡਾ ਵਿੱਚ ਅਭਿਆਨ ਦੇ ਬੁਲਾਰੇ ਸਰੀ ਵਾਸੀ ਮੋਹਿਤ ਧੰਜੂ ਵੱਲੋਂ ਸੰਸਦ ਵਿੱਚ ਸਿੱਧੀਆਂ ਉਡਾਨਾਂ ਸੰਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸੰਸਦ ਬ੍ਰੈਡ ਵਿੱਚ ਦੁਬਾਰਾ ਸਮਰਥਨ ਦਿੱਤਾ ਗਿਆ ਸੀ। ਇਸ ਯਾਚਿਕਾ ਰਾਹੀਂ ਕੈਨੇਡਾ ਸਰਕਾਰ ਨੂੰ ਵੈਨਕੂਵਰ, ਟੋਰਾਂਟੋ ਤੋਂ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਵਾਉਣ ਲਈ ਵਿਕਲਪਾਂ ਦੀ ਖੋਜ ਅਤੇ ਸਰਗਰਮੀ ਨਾਲ ਵਕਾਲਤ ਕਰਨ ਲਈ ਬੇਨਤੀ ਕੀਤੀ ਗਈ ਹੈ। ਉਹਨਾਂ ਜਾਣਕਾਰੀ ਦਿੱਤੀ ਕਿ 30 ਦਿਨਾਂ 12 ਜਨਵਰੀ ਤੋਂ 11 ਫਰਵਰੀ ਤੱਕ ਦੇ ਥੋੜੇ ਸਮੇਂ ਵਿੱਚ ਇਸ ਪਟੀਸ਼ਨ ਉੱਤੇ ਕੈਨੇਡਾ ਦੇ 14,160 ਵਸਨੀਕਾਂ ਨੇ ਆਨਲਾਈਨ ਅਤੇ ਹਜ਼ਾਰਾਂ ਹੋਰਨਾਂ ਨੇ ਕਾਗਜ਼ ਤੇ ਦਸਤਖਤ ਕੀਤੇ। MP ਵਿਸ ਨੇ ਸੰਸਦ ਵਿੱਚ ਸਿੱਧੀਆਂ ਉਡਾਨਾਂ ਸੰਬੰਧੀ ਪਟੀਸ਼ਨ ਤੇ ਸੰਸਦ ਦੀ ਕਾਰਵਾਈ ਦੌਰਾਨ ਬੋਲਦਿਆਂ ਹੋਇਆਂ ਕਿਹਾ ਕਿ ਮਿਸ਼ਨ ਮੈਟਸਕੀ ਫਰੇਜ਼ਰ ਕੈਨੀਅਨ ਬ੍ਰਿਟਿਸ਼ ਕੋਲੰਬੀਆ ਸੂਬੇ ਸਮੇਤ ਕੈਨੇਡਾ ਵਿੱਚ 10 ਲੱਖ 1 ਮਿਲੀਅਨ ਤੋਂ ਵੱਧ ਪੰਜਾਬੀ ਭਾਈਚਾਰਾ ਵਸਦਾ ਹੈ। ਹਰ ਸਾਲ ਸੈਂਕੜੇ ਪਰਿਵਾਰ ਪੰਜਾਬ ਵਿੱਚ ਰਹਿੰਦੇ ਪਰਿਵਾਰਿਕ ਸਾਕ ਸੰਬੰਧੀਆਂ ਦੋਸਤ ਮਿੱਤਰਾਂ ਨੂੰ ਮਿਲਣ ਹਰਿਮੰਦਰ ਸਾਹਿਬ ਅਤੇ ਹੋਰਨਾਂ ਧਾਰਮਿਕ ਅਸਥਾਨਾਂ ਤੇ ਦਰਸ਼ਨਾਂ ਲਈ ਪੰਜਾਬ ਖੇਤਰ ਦੀ ਯਾਤਰਾ ਕਰਦੇ ਨੇ, ਪਰ ਇਸ ਸਮੇਂ ਉਹਨਾਂ ਨੂੰ ਸਿੱਧਾ ਦਿੱਲੀ ਲਈ ਉਡਾਨ ਭਰਨੀ ਪੈਂਦੀ ਹੈ ਅਤੇ ਅੱਗੇ ਫਿਰ ਰੇਲ, ਬੱਸ ਜਾਂ ਹੋਰ ਸਾਧਨਾਂ ਦੁਆਰਾ ਕਈਆਂ ਘੰਟਿਆਂ ਦਾ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਹ ਕੈਨੇਡਾ ਵਾਸੀ ਵੈਨਕੂਵਰ ਜਾਂ ਟੋਰਾਂਟੋ ਤੋਂ ਅੰਮ੍ਰਿਤਸਰ ਪੰਜਾਬ ਲਈ ਸਿੱਧੀ ਉਡਾਨ ਸੇਵਾ ਦੀ ਮੰਗ ਕਰ ਰਹੇ ਨੇ, ਜਿਸ ਨਾਲ ਯਾਤਰਾ ਦੇ ਸਮੇਂ ਵਿੱਚ ਭਾਰੀ ਕਮੀ ਆਵੇਗੀ। MP ਵਿਸ ਨੇ ਸੰਸਦ ਵਿੱਚ ਸਿੱਧੀਆਂ ਉਡਾਨਾਂ ਸੰਬੰਧੀ ਬੋਲਦੇ ਹੋਇਆਂ ਦੀ ਵੀਡੀਓ ਉਹਨਾਂ ਦੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ। MP ਵਿਸ ਨੇ ਅੱਗੇ ਕਿਹਾ, ਇਹ ਸਿੱਧੀਆਂ ਉਡਾਨਾਂ ਸਾਡੀ ਆਰਥਿਕਤਾ ਅਤੇ ਉਦਯੋਗ ਲਈ ਵੀ ਲਾਹੇਵੰਦ ਹੋਣਗੀਆਂ। ਮੈਂ ਅੱਜ 14,000 ਤੋਂ ਵੱਧ ਕੈਨੇਡਾ ਵਾਸੀਆਂ ਦੁਆਰਾ ਦਸਤਖਤ ਕੀਤੀ ਪਟੀਸ਼ਨ E3771 ਨੂੰ ਟੇਬਲ ਕਰਦਾ ਹੋਇਆ ਕੈਨੇਡਾ ਸਰਕਾਰ ਨੂੰ ਇਸ ਸਿੱਧੀ ਉਡਾਨ ਸੇਵਾ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਏਅਰਲਾਈਨ ਅਤੇ ਭਾਰਤ ਦੇ ਹਾਈ ਕਮਿਸ਼ਨ ਨਾਲ ਗੱਲਬਾਤ ਕਰਨ ਦੀ ਮੰਗ ਕਰਦਾ। ਅਸੀਂ ਇਸ ਮੰਗ ਨੂੰ ਪੂਰਾ ਕਰ ਸਕਦੇ ਹਾਂ ਅਤੇ ਕੈਨੇਡਾ ਭਰ ਤੋਂ ਪਟੀਸ਼ਨ ਤੇ ਦਸਤਖਤ ਕਰਨ ਵਾਲੇ ਸਰਕਾਰ ਵੱਲੋਂ ਚੰਗੀ ਭਾਵਨਾ ਨਾਲ ਜਵਾਬ ਆਉਣ ਦੀ ਉਡੀਕ ਕਰਦੇ। ਇਨੀਸ਼ੀਏਟਿਵ ਨੇ ਕੈਨੇਡਾ ਦੀ ਸੰਸਦ ਵਿੱਚ ਪੰਜਾਬੀ ਮੂਲ ਦੇ ਅਤੇ ਹੋਰਨਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਵੀ ਇਸ ਬਿਹਤਰ ਹਵਾਈ ਸੰਪਰਕ ਲਈ ਪ੍ਰਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇਸ ਮੰਗ ਨੂੰ ਪੂਰਾ ਕਰਨ ਲਈ ਇਕੱਠੇ ਯਤਨ ਕਰਨ ਦੀ ਅਪੀਲ ਕੀਤੀ ਹੈ। ਢਿੱਲੋਂ ਅਤੇ ਗੁਮਟਾਲਾ ਨੇ ਆਪਣੇ ਸਾਂਝੇ ਬਿਆਨ ਵਿੱਚ ਇਹ ਵੀ ਦੱਸਿਆ ਕਿ ਸਾਡੀ ਟੀਮ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੈਨੇਡਾ ਅਤੇ ਭਾਰਤ ਸਰਕਾਰਾਂ ਅਤੇ ਨਾਲ ਹੀ ਵੱਖ-ਵੱਖ ਹਵਾਈ ਕੰਪਨੀਆਂ ਨੂੰ ਆંકੜਿਆਂ ਸਮੇਤ ਪੰਜਾਬੀਆਂ ਦੀ ਇਸ ਅਹਿਮ ਮੰਗ ਬਾਰੇ ਜਾਣੂ ਕਰਵਾ ਰਹੇ ਨੇ ਅਤੇ ਉਹਨਾਂ ਨੇ 2019 ਵਿੱਚ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ਵਿੱਚ ਇਸ ਸੰਬੰਧੀ ਵਿਸ਼ੇਸ਼ ਆંકੜੇ ਵੀ ਪੇਸ਼ ਕੀਤੇ ਸਨ। ਅੰਮ੍ਰਿਤਸਰ ਤੋਂ ਜਾਰੀ ਇੱਕ ਹੋਰ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਜੋ ਕਿ ਕਈ ਸਾਲਾਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਨਾਂ ਲਈ ਵੀ ਯਤਨਸ਼ੀਲ ਨੇ ਵੀ ਕੈਨੇਡਾ ਦੀ ਸੰਸਦ ਵਿੱਚ
MP ਵਿਸ ਵੱਲੋਂ ਉਠਾਈ ਗਈ ਇਸ ਮੰਗ ਦਾ ਸਵਾਗਤ ਕੀਤਾ ਅਤੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਵਾਜ਼ ਉਠਾਉਣ ਲਈ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਬਰਾੜ ਨੇ ਨਾਲ ਹੀ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਪੰਜਾਬੀ ਮੂਲ ਦੇ ਸੰਸਦ ਮੈਂਬਰ ਵੀ ਅੱਗੇ ਆਉਣ ਅਤੇ ਇਸ ਸੰਬੰਧੀ ਸਰਗਰਮੀ ਨਾਲ ਕੰਮ ਕਰਨ। ਬੈਚਲਰ ਦੀ ਪੜ੍ਹਾਈ ਕਰਨ ਅਤੇ ਨੌਕਰੀ ਲਈ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਕੈਨੇਡਾ ਨੇ ਅਮਰੀਕਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ NFAP ਦੇ ਇੱਕ ਹਾਲੀਆ ਅਧਿਐਨ ਵਿੱਚ ਪਾਇਆ ਗਿਆ ਕਿ ਕੈਨੇਡਾ ਵਿੱਚ ਸਥਾਈ ਨਿਵਾਸੀ ਬਣਨ ਵਾਲੇ ਭਾਰਤੀਆਂ ਦੀ ਗਿਣਤੀ 2016 ਤੋਂ 2020 ਅਤੇ 2021 ਵਿਚਾਲੇ 115% ਵਧੀ ਹੈ। ਅਧਿਐਨ ਵਿੱਚ ਕਿਹਾ ਗਿਆ ਕਿ 2016-17 ਅਤੇ 2019-20 ਸਿੱਖਿਆ ਦੇ ਸਾਲਾਂ ਦਰਮਿਆਨ ਅਮਰੀਕੀ ਯੂਨੀਵਰਸਿਟੀਆਂ ਵਿੱਚ ਮਾਸਟਰ ਪੱਧਰ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਪ੍ਰੋਗਰਾਮਾਂ ਵਿੱਚ ਨਾਮਜ਼ਦ ਭਾਰਤ ਦੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਭਗ 40% ਜਾਂ 31,800 ਦੀ ਗਿਰਾਵਟ ਆਈ ਹੈ, ਜਦਕਿ ਭਾਰਤ ਦੇ ਕੌਮਾਂਤਰੀ ਵਿਦਿਆਰਥੀ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਨੇ। NFAP ਵੱਲੋਂ ਸਰਕਾਰੀ ਆંકੜਿਆਂ ਦੇ ਵਿਸ਼ਲੇਸ਼ਣ ਮੁਤਾਬਿਕ 2016 ਅਤੇ 2019 ਵਿਚਾਲੇ 182% ਦਾ ਵਾਧਾ ਹੋਇਆ ਹੈ। ਕੈਨੇਡਾ ਵੱਡੀ ਗਿਣਤੀ ਵਿੱਚ ਨਵੇਂ ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਲਈ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਵਿਸਤਾਰ ਕਰ ਰਿਹਾ ਹੈ। ਇਸ ਨਾਲ ਕੈਨੇਡਾ ਦੇ ਉੱਚ ਸਿੱਖਿਆ ਸੰਸਥਾਨਾਂ ਤੋਂ ਬੈਚਲਰ ਹੋਣ ਤੋਂ ਬਾਅਦ ਦੇਸ਼ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਬਣੇ ਰਹਿਣ ਦੇ ਜ਼ਿਆਦਾ ਮੌਕੇ ਨੇ। ਕੁੱਲ ਮਿਲਾ ਕੇ ਕੈਨੇਡਾ ਸਰਕਾਰ ਨੇ 2022-2024 ਦੀ ਇਮੀਗ੍ਰੇਸ਼ਨ ਯੋਜਨਾ ਦੇ ਤਹਿਤ 2022 ਵਿੱਚ 4,31,645, 2023 ਵਿੱਚ 4,07,055 ਅਤੇ 2024 ਵਿੱਚ 4,51,000 ਸਥਾਈ ਨਿਵਾਸੀਆਂ ਦਾ ਸਵਾਗਤ ਕਰਨਾ ਹੈ। 2021 ਵਿੱਚ ਦੁਨੀਆ ਭਰ ਤੋਂ 4,50,000 ਤੋਂ ਜ਼ਿਆਦਾ ਲੋਕ ਕੈਨੇਡਾ ਦੇ ਨਵੇਂ ਸਥਾਈ ਨਿਵਾਸੀ ਬਣ ਗਏ। ਕੈਨੇਡਾ ਦੇ ਇਤਿਹਾਸ ਵਿੱਚ ਇੱਕ ਸਾਲ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਜ਼ਿਆਦਾ ਗਿਣਤੀ। ਯੂਕਰੇਨ ਤੇ ਰੂਸੀ ਹਮਲੇ ਦੇ ਮੱਦੇਨਜ਼ਰ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੀਨ ਤਾਈਵਾਨ 'ਚ ਅਜਿਹੀ ਹਮਲਾਵਰ ਕਾਰਵਾਈ ਨਾ ਕਰ ਦੇਵੇ। ਇਹਨਾਂ ਖਦਸ਼ਿਆਂ ਵਿਚਕਾਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੀਨੀ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਤਾਈਵਾਨ ਚੀਨ ਦਾ ਅਨਿੱਖੜਵਾਂ ਅੰਗ ਹੈ ਤੇ ਆਖਿਰਕਾਰ ਮਾਤ ਭੂਮੀ ਦੀਆਂ ਬਾਹਾਂ ਵਿੱਚ ਵਾਪਸ ਆ ਜਾਵੇਗਾ। ਚੀਨ ਨੇ ਇਸ ਬਿਆਨ ਨੂੰ ਕੌਮਾਂਤਰੀ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। ਚੀਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਦੀਆਂ ਕੁਝ ਤਾਕਤਾਂ ਤਾਈਵਾਨ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦੀਆਂ ਨੇ। ਇਹ ਇੱਕ ਚੀਨ ਨੀਤੀ ਲਈ ਚੁਣੌਤੀਆਂ ਪੇਸ਼ ਕਰਦਾ ਹੈ। ਵਾਂਗ ਯੀ ਨੇ ਕਿਹਾ ਕਿ ਚੀਨ ਨੂੰ ਕੰਟਰੋਲ ਕਰਨ ਲਈ ਤਾਈਵਾਨ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਣਗੀਆਂ। ਚੀਨ ਅਮਰੀਕਾ ਦੇ ਵੱਧਦੇ ਦਬਾਅ ਦੇ ਖਿਲਾਫ ਆਪਣੀ ਰਾਸ਼ਟਰੀ ਪ੍ਰਭੂਸੱਤਾ ਦੀ ਮਜ਼ਬੂਤੀ ਨਾਲ ਰੱਖਿਆ ਕਰੇਗਾ। ਚੀਨ ਇਸ ਦੇ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹੈ। ਇਸ ਦੇ ਨਾਲ ਹੀ ਤਾਈਵਾਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਰੂਸੀ ਹਮਲਾਵਰਾਂ ਖਿਲਾਫ ਲੜ ਰਹੇ ਯੂਕਰੇਨੀਆਂ ਨੇ ਤਾਈਵਾਨ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਿਕ ਜੋਸਫ ਵੂ ਨੇ ਕਿਹਾ ਕਿ ਵੱਡੇ ਦੇਸ਼ ਦੇ ਹਮਲੇ ਦੇ ਬਾਵਜੂਦ ਯੂਕਰੇਨ ਦੀ ਸਰਕਾਰ ਤੇ ਲੋਕ ਬੇਹੱਦ ਹਿੰਮਤ ਤੇ ਦ੍ਰਿੜ ਇਰਾਦੇ ਨਾਲ ਲੜ ਰਹੇ ਨੇ। ਉਹਨਾਂ ਕਿਹਾ, ਤੁਸੀਂ ਯੂਕਰੇਨੀਅਨ ਵੀ ਤਾਈਵਾਨ ਦੇ ਲੋਕਾਂ ਲਈ ਤਾਨਾਸ਼ਾਹੀ ਧਮਕੀਆਂ ਅਤੇ ਜ਼ਬਰਦਸਤੀ ਦਾ ਸਾਹਮਣਾ ਕਰਨ ਲਈ ਇੱਕ ਪ੍ਰੇਰਣਾ ਹੋ। ਤਾਈਵਾਨ ਇਸ ਸੰਕਟ ਵਿੱਚ ਯੂਕਰੇਨ ਦੇ ਨਾਲ ਖੜਾ ਹੈ। ਯੂਕਰੇਨ ਅਤੇ ਰੂਸ ਵਿਚਾਲੇ ਛਿੜੇ ਯੁੱਧ ਨੂੰ ਲੈ ਕੇ ਦੁਨੀਆ ਭਰ 'ਚ ਕੋਹਰਾਮ ਮਚਿਆ ਹੋਇਆ ਹੈ। ਰੂਸ ਵੱਲੋਂ ਪਰਮਾਣੂ ਬੰਬ ਦੀ ਵਰਤੋਂ ਕਰਨ ਦੀ ਸੰਭਾਵਨਾ ਨੂੰ ਲੈ ਕੇ ਕਈ ਦੇਸ਼ ਸਦਮੇ 'ਚ ਨੇ। ਇਸ ਵਿਚਾਲੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ, ਜਿਸ ਵਿੱਚ ਰਸ਼ੀਆ ਅਤੇ ਯੂਕਰੇਨ ਯੁੱਧ ਤੇ ਚਰਚਾ ਕੀਤੀ ਗਈ। ਖਬਰ ਹੈ ਕਿ ਬੈਠਕ 'ਚ ਤਿੰਨੇ ਫੌਜਾਂ ਦੇ ਮੁਖੀਆਂ ਨੇ ਫੌਜ ਨੂੰ ਹੋਣ ਵਾਲੀ ਹਥਿਆਰਾਂ ਦੀ ਸਪਲਾਈ ਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਰਸ਼ੀਆ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਅਤੇ ਭਾਰਤ ਨੂੰ ਹਥਿਆਰਾਂ ਦੇ ਮਾਮਲੇ 'ਚ ਰਸ਼ੀਆ ਤੋਂ ਵੱਡੀ ਖੇਪ ਆਉਂਦੀ ਹੈ। ਇੱਥੋਂ ਤੱਕ ਕਿ ਭਾਰਤ 'ਚ ਤਿਆਰ ਹੋਣ ਵਾਲੇ ਹਥਿਆਰਾਂ ਵਿੱਚ ਵੀ ਰਸ਼ੀਆ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਸਥਿਤੀ ਵਿੱਚ ਰਾਜਨਾਥ ਸਿੰਘ ਵੱਲੋਂ ਕੀਤੀ ਗਈ ਇਸ ਬੈਠਕ ਨੂੰ ਬੇਹੱਦ ਅਹਿਮ ਸਮਝਿਆ ਜਾ ਰਿਹਾ ਹੈ। ਰੂਸ ਜਿੱਥੇ ਭਾਰਤ ਨੂੰ ਹਥਿਆਰ ਸਪਲਾਈ ਕਰਦਾ ਹੈ, ਉੱਥੇ ਆਮ ਦਿਨਾਂ ਵਿੱਚ ਵਰਤੋਂ ਹੋਣ ਯੋਗ ਭਾਰਤ ਨਾਲ ਫੌਜ ਨਾਲ ਸੰਬੰਧਿਤ ਸਮਾਨ ਦੀ ਸਪਲਾਈ ਰੂਸ ਤੋਂ ਹੁੰਦੀ ਹੈ, ਖਾਸ ਕਰਕੇ ਹਥਿਆਰਾਂ ਦੇ ਕਲ ਪੁਰਜ਼ੇ, ਜਿਨ੍ਹਾਂ ਕਾਰਨ ਹਥਿਆਰ ਬੇਕਾਰ ਹੋ ਗਏ ਨੇ। ਕਲ ਪੁਰਜ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਰਹੇ। ਇਸ ਸੰਬੰਧੀ ਵੀ ਇਸ ਬੈਠਕ ਵਿੱਚ ਚਰਚਾ ਕੀਤੀ ਗਈ। ਆਰਮੀ, 에ਅਰ ਫੋਰਸ ਅਤੇ ਨੇਵੀ ਦੇ ਅਧਿਕਾਰੀਆਂ ਨਾਲ ਇਸ ਬੈਠਕ ਵਿੱਚ ਰੂਸ ਨਾਲ ਕੀਤੇ ਗਏ ਸਮਝੌਤਿਆਂ ਤੇ
चर्चा की गई। बाकी देशों वालों रूस ते पाबंदी लाने पिछों भारत बेहद संभल के कदम चुक रहा है। अजिही स्थिति विच एयरफोर्स के लड़ाकू जहाज़ और नेवी की वरतों लिए जरूरी समान किस तरह मंगवाया जाएगा ते भी चर्चा हुई। पिछले कुछ सालों तो भारत विच स्वय निर्भरता नूं लैके चर्चे चल रहे हैं। फौज नूं भी स्वय निर्भर बनाउण लई देश विच हथियारां दा निर्माण किया जा रहा है, पर इस तो बाद काफ़ी स्पेयर पार्ट्स अते होर कलपुर्जे भी रूस तो मंगवाए जाते हैं। दूजी भाषा विच कहा जाए तो भारत की फौज अजे भी रूस ते निर्भर है। जानकारी मिली है कि रूस नाल चल रहे व्यापारिक समझौते अधीन इस महीने एक वड्डी रकम का भुगतान किया जाना है। रूस नूं जो भुगतान किया जा रहा है उस विच कई नवी तरह के हथियार भी रूस वालों मुहैया करवाए जाने। कई देशों द्वारा पाबंदी लाए जाने पिछों यह जानकारी भी सामने आई है कि रूस नूं भारत वालों जो कुछ भुगतान किया गया है वह अजे अधवाटे लटकिया हो। रूस दीयां हथियार कंपनियां नूं कीते जाने वाले कुछ भुगतान तां डिकलाइन हो गए ने। इस स्थिति विच रूसी कंपनियां वालों भारत नूं समय ते सप्लाई देने के मामले विच भी बैठक विच चर्चा की गई। भारत नूं यह भी चिंता है कि हुण जदों रूस यूक्रेन ते हमला कर चुका है तो खुद रूस नूं वड्डी मात्रा विच हथियारां दी लोड़ होवेगी। अजिही स्थिति विच भारत नूं रूस तो होने वाले हथियारां दी सप्लाई ते असर पै सकता है। बेशक रूस ने भारत नूं यकीन दिवाया कि जंग की हालत विच भी भारत नूं दिते जाने वाले हथियारां की सप्लाई ते कोई असर नहीं पवेगा, पर यह कितना ठीक है समा ही दसे। ਭਾਵੇਂ ਕਿ ਲੁਧਿਆਣਾ ਇੱਕ ਸਨਅਤੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ, ਪਰ ਖੇਡ ਦੇ ਮੈਦਾਨ ਵਿੱਚ ਵੀ ਇਹ ਜ਼ਿਲ੍ਹਾ ਕਿਸੇ ਨਾਲੋਂ ਘੱਟ ਨਹੀਂ ਹੈ। ਇਸ ਜ਼ਿਲ੍ਹੇ 'ਚੋਂ ਬਹੁਤ ਸਾਰੇ ਨਾਮੀ ਖਿਡਾਰੀ ਵਿਸ਼ਵ ਪੱਧਰ ਤੇ ਆਪਣਾ ਚੰਗਾ ਪ੍ਰਦਰਸ਼ਨ ਕਰ ਚੁੱਕੇ ਨੇ। ਇਹਨਾਂ ਖਿਡਾਰੀਆਂ ਨੂੰ ਤਿਆਰ ਕਰਨ ਲਈ ਖੇਡ ਸੰਸਥਾਵਾਂ ਅਤੇ ਖੇਡ ਅਕੈਡਮੀਆਂ ਦਾ ਵੱਡਾ ਵਡਮੁੱਲਾ ਯੋਗਦਾਨ ਹੁੰਦਾ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਜੱਸੀਆ ਪਿੰਡ ਵਿਖੇ ਕ੍ਰਿਕਟ ਦੀ ਇੱਕ ਅਕੈਡਮੀ ਪਿਛਲੇ ਕੁਝ ਸਾਲਾਂ ਤੋਂ ਹੋਂਦ ਵਿੱਚ ਆਈ ਹੈ। ਇਸ ਅਕੈਡਮੀ ਨੂੰ ਹੈਬੋਵਾਲ ਇਲਾਕੇ ਦੇ ਕੌਂਸਲਰ ਲਵਲੀਨ ਕੌਰ ਤੂਰ ਅਤੇ ਉਸ ਦੇ ਪਰਿਵਾਰ ਨੇ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਤੂਰ ਪਰਿਵਾਰ ਵੱਲੋਂ ਕ੍ਰਿਕਟ ਖੇਡ ਮੈਦਾਨ ਲਈ 5 ਏਕੜ ਤੋਂ ਵੱਧ ਥਾਂ ਅਕੈਡਮੀ ਬਣਾਉਣ ਲਈ ਦਿੱਤੀ ਗਈ ਹੈ, ਜੋ ਕਿ ਅੱਜ ਦੇ ਜ਼ਮਾਨੇ ਵਿੱਚ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਵੀ ਹੈ, ਕਿਉਂਕਿ ਜਿਸ ਇਲਾਕੇ ਵਿੱਚ ਇਹ ਅਕੈਡਮੀ ਸਥਾਪਿਤ ਕੀਤੀ ਗਈ ਹੈ ਉੱਥੇ ਜ਼ਮੀਨ ਦਾ ਭਾਅ ਹੀ ਆਸਮਾਨ ਛੂ ਰਿਹਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਖਿਡਾਰੀ ਇਸ ਗੁਰੂ ਨਾਨਕ क्रिकेट अकैडमी विच क्रिकेट की कोचिंग लैण लई पहुंचते हैं। तूर परिवार के निरंजन सिंह तूर, हरदीप सिंह साबी तूर, हरबंस सिंह तूर, दलजीत सिंह तूर, वरिंदर सिंह तूर, हरमीत सिंह तूर की देखरेख हेठ चल रही यह अकैडमी आने वाले समय में अंतरराष्ट्रीय खिडारी पैदा करने में कामयाब हो सकती है। जदों पंजाब मेल की टीम इस खेड मैदान में पहुंची तो उत्थे खिडारी प्रैक्टिस कर रहे सन। पंजाब मेल की टीम वालों बच्चों को हल्लाशेरी दी गई। इस टीम में अमरीका तो विशेष तौर पर पहुंचे गुरजतिंदर सिंह रंधावा, जरखड़ खेड अकैडमी तो जगरूप सिंह जरखड़ और कुलदीप सिंह कबड्डी भी शामिल सन। विश्व बैंक समूह ने कहा है कि उन्होंने कार्यकारी निर्देशक बोर्ड ने यूक्रेन नूं कुल 72.3 करोड़ डॉलर की वित्तीय सहायता नूं मंजूरी दे दी है। विश्व बैंक ने सोमवार नूं अपने बयान विच कहा, विश्व बैंक के कार्यकारी निर्देशक बोर्ड ने अज यूक्रेन लई 48.9 करोड़ डॉलर के पूरक बजट सहायता पैकेज नूं मंजूरी दे दी है, जिसनों यूक्रेन नूं आर्थिक संकट तो बाहर कढ़ण जां मुक्त यूक्रेन का वित्त पोषण कहा जा सकता है। बयान विच कहा गया, बोर्ड वालों प्रवानित पैकेज विच 35.0 करोड़ डॉलर का एक पूरक कर्जा है अते 13.9 करोड़ डॉलर की गारंटी भी शामिल है। 13.4 करोड़ डॉलर की ग्रांट फंडिंग अते 10.0 करोड़ डॉलर की समानांतर फंडिंग नूं भी इकट्ठा किया जा रहा है। इस तरह कुल पैकेज 72.3 करोड़ डॉलर का होगा। बयान विच कहा गया कि वित्तीय सहायता यूक्रेनी सरकार नूं अपने नागरिकों नूं सेवावां प्रदान करन विच मदद करेगी, जिस विच हस्पताल के कर्मचारियों लई तनख्वाह, बजुर्गों लई पेंशन अते कमजोर समूहों लई समाजिक प्रोग्राम शामिल। संयुक्त राष्ट्र के मनुखतावादी उद्यमां के मुखी मार्टिन ग्रिफिथस ने यूक्रेन ते रूस नूं अपील की है कि वह नागरिकों नूं निकलण लई अते पीड़ितां तक मानवी सहायता दे पहुंचण लई सुरक्षित लांघा यकीनी बनाउण। संगठन वालों यह बयान रूस ते यूक्रेन दरमियान जारी दूषणबाजी कारण आया, जिस विच उन्हां ने लोकां नूं निकलण देण लई तय रूट उपर गोलाबंदी भंग करन दे इल्जाम लगाए। रूस ने सोमवार नूं यूक्रेन की राजधानी कीव अते 3 होर शहरां मारियोपोल, खारकीव अते सूमी विच जंगबंदी का ऐलान किया। जंगबंदी मास्को के समय अनुसार सवेरे 10 बजे तो लागू होगी। यूक्रेन के 4 शहरों तो नागरिकों को कढ़ण लई जंगबंदी का ऐलान किया गया।
रूसी फौज ने यूक्रेन विच कई मानवतावादी गलियारे खोलण का ऐलान किया। मारियोपोल विच हफ्ते के अंत विच 2 वार निकासी रोक दी गई। शनिवार नूं रूस ने नागरिकां नूं बाहर निकलण की आग्या देण लई मारियोपोल अते वोलनवाखा विच एक संखेप जंगबंदी की घोषणा की। अज 5 मार्च नूं मास्को के समय अनुसार सवेरे 10 बजे रूसी पक्ष ने जंगबंदी की घोषणा की अते मारियोपोल अते वोलनवाखा तो नागरिकों के बाहर निकलण लई मानवतावादी गलियारे खोल दिते। रूसी रक्षा मंत्रालय ने कहा, रूस की सरकारी मालकी वल समाचार एजेंसी स्पुतनिक के अनुसार रूस ने कहा, जेकर अमरीका यूरोप दरामद ते पाबंदी लगाउंदे ने तां तेल कीमतां $300 प्रति बैरल तक पहुंचणगीआं। रूस की अमरीका यूरोप नूं धमकी दरामद ते पाबंदी लाई तां $300 प्रति बैरल तक पहुंचणगीआं कच्चे तेल दीआं कीमतां। हालांकि यह तेजी नाल टुट गया जदों यूक्रेन के अधिकारियों ने कहा कि रूस द्वारा सौदे की घोषणा के कुछ घंटियां बाद गोलाबारी ने नागरिकों को हटाउण के काम नूं रोक दिता सी। ऐतवार नूं रूस ने घोषणा की कि यूक्रेनी शहरां मारियोपोल अते वोलनवाखा तो नागरिकों की निकासी लई मानवतावादी गलियारा दोबारा खोलिया जाएगा। ताइवान चीन का अनिखड़वां अंग बनेगा ते आखिरकार मातभूमि दीआं बाहां 'च वापस आवेगा। चीनी विदेश मंत्री ने यूक्रेन संकट के विचकार दिते। रूस ने 24 फरवरी नूं यूक्रेन ते हमला किया जदों कि यूक्रेन की राजधानी नूं धमकी देण वाला विशाल रूसी बख्तरबंद कॉलम कीव के बाहर रुकिया होया है। रूस की फौज ने देश भर के शहरों अते होर साइटां ते सैकड़े मिसाइलां अते तोपखाने के हमले शुरू किए ने। संयुक्त राष्ट्र के मनुखी अधिकार दफ्तर ने कहा कि लड़ाई शुरू होने तो बाद घट्टो घट्ट 331 नागरिकों के मारे जाने की पुष्टि की गई है, पर असल संख्या शायद इस तो किते वध है। 14 लाख तो वध लोग यूक्रेन तो भज चुके। रूस अते यूक्रेन विचाले जंग लगातार 13वें दिन भी जारी है। दोवें देश एक दूजे अगे झुकण लई तैयार नहीं। इन्ना ही नहीं, दोहां देशों के नेता एक दूजे ते जुबानी हमले भी कर रहे हैं। इस सब के विचकार रूस ने दावा किया कि यूक्रेन के राष्ट्रपति ज़ेलेंस्की कीव छड्ड के बंकर विच लुक गए ने, पर हुण इस दावे का खंडन करते हुए यूक्रेन के राष्ट्रपति ज़ेलेंस्की ने एक वीडियो जारी किया। इस वीडियो विच उन्होंने कहा कि वो किसी बंकर विच नहीं लुके हुए अते उदों तक कीव विच मौजूद रहणगे जदों तक इस देशभक्ति की जंग नूं जितना जरूरी होवेगा। ज़ेलेंस्की ने कहा कि मैं मैदान छड्डण वाला नहीं। असीं हमेशा कहते रहे हाँ कि सोमवार का दिन बहुत औखा हुंदा। साडे देश विच जंग चल रही है, इसलिए हुण साडे लई हर दिन सोमवार है। उन्होंने कहा कि मैं इत्थे कीव दी बारकोवा स्ट्रीट ते मौजूद हाँ। मैं किसी तो डरदा नहीं। मैं अपनी देशभक्ति की जंग जितण तक इत्थे ही रहांगा। राष्ट्रपति ज़ेलेंस्की ने एक होर वीडियो जारी करदिआं कहा कि रब मुआफ नहीं करेगा, अज नहीं, कल नहीं, कदे नहीं अते माफी की बजाय निर्णय होवेगा। हमलावर की दलेरी पश्चिम लई स्पष्ट संकेत है कि रूस विरुद्ध पाबंदियां काफ़ी नहीं। ज़ेलेंस्की ने पहला भी कहा सी कि वो यूक्रेन के लोगों के जुल्म करने वाले हरेक व्यक्ति तो बदला लवेगा। इत्थे दस दईए कि रूसी आर्म्ड फोर्सेस ने सोमवार को कहा कि वो कुछ यूक्रेनी शहरों में सवेरे 10 बजे मास्को के समय अनुसार दोपहर 12:30 बजे तो मानवतावादी गलियारे खोलणगे तां जो नागरिकों को उन्होंने निजी बेनती ते जाण की आग्या दी जा सके। सरकारी मीडिया ने दस्सिया कि फ्रांस के राष्ट्रपति इमैनुअल मैक्रोन ने अपने रूसी हमरुतबा व्लादिमीर पुतिन नाल मुलाकात की। एक बयान विच रूसी फौज ने कहा कि कीव, खारकीव, सूमी अते मारियोपोल शहरों में विनाशकारी मानवतावादी स्थिति अते इस दे तेजी नाल वध रहे वाधे दे नाल फ्रांसीसी गणराज के राष्ट्रपति इमैनुअल मैक्रोन की निजी बेनती ते रूसी हथियारबंद बलों ने जंगबंदी का ऐलान किया अते मानवतावादी गलियारे खोल दिते। बीबीसी ने कहा कि 4 जिक्र किए शहर इस समय एक महत्वपूर्ण रूसी हमलावर कार्रवाई के अधीन ने। हालांकि यूक्रेन के अधिकारियों ने अजे तक इस घटना की पुष्टि नहीं की। बीबीसी ने रिपोर्ट दी कि हफ्ते के अंत में देश के दक्षिण पूर्व में मारियोपोल तो नागरिकों को कढ़ण की आग्या देण लई एक रस्ता खोलण दीआं 2 कोशिशां असफल रहीआं। रूस ते यूक्रेन विचकार हो रही लड़ाई ने पूरी दुनिया के लोगों को प्रभावित किया है
ਅਤੇ ਪੂਰੀ ਦੁਨੀਆ ਦੇ ਲੋਕ ਇਸ ਸਮੇਂ ਸ਼ਾਂਤੀ ਦੀ ਅਪੀਲ ਕਰ ਰਹੇ ਨੇ। ਇਟਲੀ ਦੇ ਕਮੂਨੇ ਉਫਲਾਗਾ ਵੱਲੋਂ ਯੂਕਰੇਨ ਦੇ ਲੋਕਾਂ ਦੀ ਮਦਦ ਲਈ ਸਾਮਾਨ ਭੇਜਿਆ, ਜਿਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਬਣਦਾ ਸਹਿਯੋਗ ਦਿੱਤਾ ਹੈ। ਕਮੂਨੇ ਦੇ ਸਿੰਧਕੋ ਸਰਪੰਚ ਜ਼ਿਆਨ ਕਾਰਲੋ ਦੀ ਅਗਵਾਈ ਹੇਠ ਖਾਣ ਪੀਣ ਦੀਆਂ ਵਸਤਾਂ, ਦਵਾਈਆਂ, ਕੱਪੜੇ ਅਤੇ ਹੋਰ ਜ਼ਰੂਰਤ ਦੇ ਸਮਾਨ ਨੂੰ ਯੂਕਰੇਨ ਦੇ ਲੋਕਾਂ ਦੀ ਮਦਦ ਲਈ ਭੇਜਿਆ ਗਿਆ। ਇਸ ਤੋਂ ਪਹਿਲਾਂ ਵੀ ਕਮੂਨੇ ਦੀ ਉਫਲਾਗਾ ਵੱਲੋਂ ਇੱਕ ਗੱਡੀ ਰਾਹੀਂ ਯੂਕਰੇਨ ਲੋਕਾਂ ਲਈ ਸਮਾਨ ਭੇਜਿਆ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੋਮਵਾਰ ਨੂੰ ਲੰਡਨ ਦੀ ਡਾਊਨਿੰਗ ਸਟਰੀਟ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਦੀ ਮੇਜ਼ਬਾਨੀ ਕੀਤੀ। ਤਿੰਨਾਂ ਨੇ ਬ੍ਰਿਟਿਸ਼ ਆਰਮਡ ਫੋਰਸਿਸ ਦੇ ਮੈਂਬਰਾਂ ਨੂੰ ਮਿਲਣ ਲਈ ਰਾਇਲ 에ਅਰ ਫੋਰਸ RAF ਬੇਸ ਦਾ ਵੀ ਦੌਰਾ ਕੀਤਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਦਫ਼ਤਰ ਡਾਊਨਿੰਗ ਸਟਰੀਟ ਨੇ ਕਿਹਾ ਕਿ ਇਹ ਯੂਕਰੇਨ ਲਈ ਵਿਵਹਾਰਿਕ ਸਮਰਥਨ ਦੀ ਸ਼ੁਰੂਆਤ ਹੈ, ਨਾਲ ਹੀ ਰੂਸੀ ਹਮਲੇ ਦੇ ਅਤਿਆਚਾਰ ਦੇ ਵਿਸ਼ਵ ਵਿਆਪੀ ਗੁੱਸਾ ਜ਼ਾਹਿਰ ਕਰਨ ਲਈ ਵਿਸ਼ਵ ਨੇਤਾਵਾਂ ਨਾਲ ਨਿਸ਼ਾਨਾਬੱਧ ਸ਼ਮੂਲੀਅਤ ਨੂੰ ਦਰਸਾਉਂਦਾ ਹੈ। ਤਿੰਨੇ ਪ੍ਰਧਾਨ ਮੰਤਰੀ ਯੂਕਰੇਨ ਦੇ ਸ਼ਹਿਰਾਂ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਿੱਤੇ ਆਦੇਸ਼ ਤੇ ਕੀਤੇ ਜਾ ਰਹੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰੇ ਲਈ ਵੱਖ-ਵੱਖ ਦੁਵੱਲੀਆਂ ਮੀਟਿੰਗਾਂ ਅਤੇ ਇੱਕ ਸਾਂਝੀ ਤਿਕੋਣੀ ਮੀਟਿੰਗ ਵੀ ਕਰਨਗੇ। ਜੌਨਸਨ ਨੇ ਕਿਹਾ ਕਿ ਰੂਸ ਦੇ ਗੈਰ ਕਾਨੂੰਨੀ ਅਤੇ ਬੇਰਹਿਮ ਹਮਲੇ ਤੋਂ ਬਾਅਦ ਅਸੀਂ ਦੇਖਿਆ ਕਿ ਦੁਨੀਆ ਯੂਕਰੇਨ ਦੇ ਅਦੁੱਤੀ ਲੋਕਾਂ ਨਾਲ ਏਕਤਾ ਵਿੱਚ ਖੜੀ ਹੈ। ਉਹਨਾਂ ਨੇ ਕਿਹਾ ਕਿ ਯੂਕੇ ਦੀ ਸਹਾਇਤਾ ਪਹਿਲਾਂ ਹੀ ਉਹਨਾਂ ਲੋਕਾਂ ਤੱਕ ਪਹੁੰਚ ਰਹੀ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਜ਼ਰੂਰੀ ਸਪਲਾਈ ਅਤੇ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਹਾਲਾਂਕਿ ਸਿਰਫ ਪੁਤਿਨ ਹੀ ਯੂਕਰੇਨ ਦੇ ਦੁੱਖ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੇ ਨੇ। ਅੱਜ ਦਾ ਨਵਾਂ ਫੰਡ ਵਿਗੜਦੀ ਮਾਨਵਤਾਵਾਦੀ ਸਥਿਤੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰਨਾ ਜਾਰੀ ਰੱਖੇਗਾ। ਉਹਨਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਬ੍ਰਿਟੇਨ ਨੇ ਕਿਹਾ ਕਿ ਉਸ ਨੇ ਰੂਸ ਦੇ ਬਿਨਾਂ ਭੜਕਾਹਟ ਅਤੇ ਗੈਰ ਕਾਨੂੰਨੀ ਹਮਲੇ ਕਾਰਨ ਪੈਦਾ ਹੋਏ ਵਿੱਤੀ ਦਬਾਅ ਨੂੰ ਘੱਟ ਕਰਨ ਲਈ ਯੂਕਰੇਨ ਸਰਕਾਰ ਦੇ ਬਜਟ ਨੂੰ ਸਿੱਧੇ ਤੌਰ ਤੇ 10 ਕਰੋੜ ਅਮਰੀਕੀ ਡਾਲਰ ਦੀ ਵਾਧੂ ਰਕਮ ਅਲਾਟ ਕੀਤੀ ਗਈ। ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵੈਕ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਰੂਸੀ ਤੇਲ ਦੀ ਦਰਾਮਦ ਤੇ ਪਾਬੰਦੀ ਦੇ ਘਾਤਕ ਨਤੀਜੇ ਹੋਣਗੇ ਜੇਕਰ ਪੱਛਮੀ ਸਹਿਯੋਗੀ ਯੂਕਰੇਨ ਨੂੰ ਲੈ ਕੇ ਮਾਸਕੋ ਤੇ ਹੋਰ ਪਾਬੰਦੀਆਂ ਤੇ ਵਿਚਾਰ ਕਰਦੇ ਨੇ। ਨੋਵੈਕ ਨੇ ਰੂਸੀ ਨਿਊਜ਼ ਏਜੰਸੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੌਰਾਨ ਕਿਹਾ, ਰਸ਼ੀਅਨ ਤੇਲ ਤੇ ਪਾਬੰਦੀ ਦੇ ਵਿਸ਼ਵ ਬਾਜ਼ਾਰ ਲਈ ਘਾਤਕ ਨਤੀਜੇ ਨਿਕਲਣਗੇ। ਕੀਮਤਾਂ 'ਚ ਵਾਧਾ ਅਣਅਨੁਮਾਨਿਤ ਹੋਵੇਗਾ, ਪ੍ਰਤੀ ਬੈਰਲ $300 ਤੋਂ ਵੱਧ, ਜੇ ਇਸ ਤੋਂ ਵੱਧ ਨਹੀਂ। ਨੋਵੈਕ ਨੇ ਅੱਗੇ ਕਿਹਾ ਕਿ ਯੂਰੋਪੀਅਨ ਮਾਰਕੀਟ 'ਚ ਰੂਸੀ ਤੇਲ ਦਾ ਬਦਲ ਇੰਨੀ ਜਲਦੀ ਲੱਭਣਾ ਅਸੰਭਵ ਹੈ। ਇਸ ਵਿੱਚ 1 ਸਾਲ ਤੋਂ ਵੱਧ ਸਮਾਂ ਲੱਗੇਗਾ ਅਤੇ ਇਹ ਯੂਰੋਪੀਅਨ ਖਪਤਕਾਰਾਂ ਲਈ ਬਹੁਤ ਮਹਿੰਗਾ ਹੋਵੇ। ਯੂਰੋਪੀਅਨ ਸਿਆਸਤਦਾਨਾਂ ਨੂੰ ਫਿਰ ਇਮਾਨਦਾਰੀ ਨਾਲ ਆਪਣੇ ਨਾਗਰਿਕਾਂ ਖਪਤਕਾਰਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ ਕਿ ਜੇਕਰ ਦਰਾਮਦ ਬੰਦ ਹੋਏ ਤਾਂ ਉਹਨਾਂ ਗੈਸ ਸਟੇਸ਼ਨਾਂ, ਤੇਲ ਕੀਮਤਾਂ, ਬਿਜਲੀ ਆਦਿ ਸਾਰਿਆਂ ਲਈ ਬਹੁਤ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਨੋਵੈਕ ਨੇ ਕਿਹਾ ਕਿ ਰੂਸੀ ਤੇਲ ਤੇ ਪਾਬੰਦੀ ਦੀ ਗੱਲਬਾਤ ਅਸਥਿਰਤਾ ਪੈਦਾ ਕਰ ਸਕਦੀ ਹੈ ਤੇ ਖਪਤਕਾਰਾਂ ਲਈ ਇਹ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਨਾਰਡ ਸਟ੍ਰੀਮ 2 ਪਾਈਪਲਾਈਨ ਪ੍ਰੋਜੈਕਟ ਅਤੇ ਰੋਕ ਦੇ ਬਦਲੇ ਵਜੋਂ ਰੂਸ ਨਾਰਡ ਸਟ੍ਰੀਮ ਪਾਈਪਲਾਈਨ ਰਾਹੀਂ ਸਪਲਾਈ ਰੋਕ ਸਕਦਾ। ਨੋਵਾਕ ਨੇ ਕਿਹਾ, ਹੁਣ ਤੱਕ ਅਸੀਂ ਇਹ ਫੈਸਲਾ ਨਹੀਂ ਕੀਤਾ, ਕਿਸੇ ਨੂੰ ਵੀ ਇਸ ਦਾ ਫਾਇਦਾ ਨਹੀਂ ਹੋਵੇਗਾ। ਯੂਕਰੇਨ ਨਾਲ ਜਾਰੀ ਟਕਰਾਅ ਦਰਮਿਆਨ ਰੂਸ ਨੇ ਅੱਜ ਮੁੜ ਗੋਲਾਬੰਦੀ ਅਤੇ ਆਮ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਸੁਰੱਖਿਅਤ ਲਾਂਘੇ ਦੇਣ ਦਾ ਐਲਾਨ ਕੀਤਾ। ਇਹ ਲਾਂਘੇ ਮੁੱਖ ਤੌਰ ਤੇ ਰੂਸ ਤੇ ਉਸ ਦੇ ਭਾਈਵਾਲ ਬੈਲਾਰੂਸ ਤੋਂ ਹੋ ਕੇ ਜਾਣਗੇ। ਰੂਸੀ ਸਦਰ ਪੁਤਿਨ ਨੇ ਕਿਹਾ ਕਿ ਕੀਵ ਸ਼ਰਤਾਂ ਮੰਨਦਾ ਹੈ ਤਾਂ ਮਾਸਕੋ ਹਮਲਿਆਂ ਨੂੰ ਰੋਕ ਸਕਦਾ ਹੈ। ਯੂਕਰੇਨ ਤੇ ਹੋਰਨਾਂ ਮੁਲਕਾਂ ਨੇ ਸੁਰੱਖਿਅਤ ਲਾਂਘੇ ਬਾਰੇ ਵਿਸ਼ੇਸ਼ ਰੂਟਾਂ ਨੂੰ ਲੈ ਕੇ ਰੂਸ ਦੀ ਨੁਕਤਾਚੀਨੀ ਕੀਤੀ। ਉਧਰ ਨਵੇਂ ਲਾਂਘਿਆਂ ਦੇ ਐਲਾਨ ਦੇ ਬਾਵਜੂਦ ਰੂਸ ਨੇ ਕੁਝ ਯੂਕਰੇਨੀ ਸ਼ਹਿਰਾਂ ਨੂੰ ਰੌਕਟਾਂ ਨਾਲ ਨਿਸ਼ਾਨਾ ਬਣਾਇਆ ਤੇ ਕੁਝ ਖੇਤਰਾਂ ਵਿੱਚ ਗੋਲਾਬਾਰੀ ਜਾਰੀ ਰੱਖੀ। ਇਸ ਦੌਰਾਨ ਦੋਵਾਂ ਧਿਰਾਂ ਨੇ ਤੀਜੇ ਗੇੜ ਦੀ ਗੱਲਬਾਤ ਲਈ ਸਹਿਮਤੀ ਦਿੱਤੀ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਤੇਲ ਸਮੇਤ ਰੂਸੀ ਉਤਪਾਦਾਂ ਦੇ ਆਲਮੀ ਬਾਈਕਾਟ ਦਾ ਸੱਦਾ। ਆਮ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਦੀ ਉੱਠ ਰਹੀ ਮੰਗ ਦਰਮਿਆਨ ਰੂਸ ਦੇ ਰੱਖਿਆ ਮੰਤਰੀ ਨੇ ਅੱਜ ਕਿਹਾ ਕਿ ਨਾਗਰਿਕਾਂ ਨੂੰ ਰਾਜਧਾਨੀ ਕੀਵ, ਦੱਖਣੀ ਸ਼ਹਿਰੀ ਸਾਹਿਲ, ਮਾਰੀਓਪੋਲ ਅਤੇ ਖਾਰਕੀਵ ਦੇ ਸੂਮੀ ਸ਼ਹਿਰ ਛੱਡਣ ਦੀ ਖੁੱਲ੍ਹ ਦਿੱਤੀ ਜਾਵੇਗੀ। ਉਧਰ UN ਨੇ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਟਕਰਾਅ ਵਿੱਚ ਕੁਝ ਸੈਂਕੜੇ ਨਾਗਰਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। UN ਨੇ ਚੇਤਾਵਨੀ ਦਿੱਤੀ ਹੈ ਕਿ ਮੌਤ ਦੇ ਅੰਕੜਿਆਂ ਨੂੰ ਘਟਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਖਾਰਕੀਵ ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ 209 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 133 ਆਮ ਨਾਗਰਿਕ ਨੇ। रूस ਵੱਲੋਂ ਕੀਤੇ ਹਮਲੇ ਮਗਰੋਂ ਹੁਣ ਤੱਕ 17 ਲੱਖ ਲੋਕ ਯੂਕਰੇਨ ਚੋਂ ਹਿਜਰਤ ਕਰ ਗਏ ਨੇ। UN ਦੀ ਰਿਫਿਊਜੀ ਏਜੰਸੀ ਨੇ ਕਿਹਾ ਕਿ ਦੂਜੀ ਆਲਮੀ ਜੰਗ ਮਗਰੋਂ ਇਹ ਤੇਜ਼ੀ ਨਾਲ ਵੱਧਦਾ ਸ਼ਰਨਾਰਥੀ ਸੰਕਟ ਹੈ। ਏਜੰਸੀ ਨੇ ਕਿਹਾ ਕਿ ਮਾਰੀਓਪੋਲ ਵਿੱਚ ਖਾਣ ਪੀਣ ਦੀ ਦਵਾਈਆਂ ਦੀ ਤੇ ਹੋਰ ਸਪਲਾਈ ਦੀ ਵੱਡੀ ਕਿੱਲਤ ਹੋ ਗਈ ਹੈ। यूक्रेन के उप प्रधानमंत्री एरिना वेरेशचक ने कहा रूस के उप प्रधानमंत्री एरिना वेरेशचक ने कहा कि रूस ने गोलीबंदी की अपनी सजरी पेशकश विच सुरक्षित लांघे लई जिहड़े रूट रखे ने वो रूस या इस दे भाईवाल बेलारूस वाल नूं जांदे ने। उन्हां कहा सानू ये पेशकश स्वीकार नहीं। उधर यूके के यूरोपीय मंत्री जेम्स कैलेवरी ने कहा सुरक्षित लांघे लई उस मुल्क राही रूट देना जो मौजूदा समय तुहानू तबाह कर रहे ने सरासर मूर्खता वाली गल है। यूक्रेनी सरकार ने इस दी थां 8 रूटां दी तजवीज़ रखी सी जितों अगे पश्चिमी मुल्कां नूं सफ़र कीता जा सकदा सी ते इत्थे रूसी फौजां दी गोलाबारी भी नहीं सी। कीव दे मेयर वितानी कलित्सको ने कीव अते इस दे आले दुआले बुचा, होस्टोमेल, वेरज़ोएल ते इरपिन जो सुरक्षित लांघे तो किते दूर ने विच लगातार गोलाबारी जारी है। आम नागरिकों की वसों वाले इलाकों नूं निशाना बनाया जा रहा है। यूक्रेन के जनरल स्टाफ मुताबिक रूसी फौजां ने कीव तो दक्षिण वाल माइकोलोव शहर विच हमले जारी रखे। एमरजेंसी सेवावां नाल जुड़े अधिकारियों ने कहा कि खारकीव विच लंघी रात हुई गोलाबारी विच 8 व्यक्ति मारे गए ते रिहायशी इमारतां, मैडिकल, सिक्ख्या संस्थान ते प्रशासनिक इमारतां तबाह हो गईयां। यूक्रेनी सदर ने रूसी उत्पादां दे आलमी बाईकाट दा सद्दा दिंदियां कहा जेकर जंग जारी रही तां रूस ने यूक्रेन खिलाफ टकराव वाली नीति ना छड्डी तां सानू नवीं पाबंदी लगाण बारे विचार करना पवेगा। ज़ेलेंस्की ने अमरीका ते नाटो मुल्कां नूं यूक्रेन विच होर जंगी जहाज़ भेजण लई कहा। चोण कमीशन वालों राज सभा चोणां दीआं मीतियां दा ऐलान कर दिते जाण तो बाद हुण कांग्रेस ये मन्निया जा रहा है कि वह नवे चेहरिਆਂ ਨੂੰ सामने लिया सकती है। कांग्रेस के मौजूदा राज सभा मैंबर प्रताप सिंह बाजवा ने विधान सभा की चोण लड़ी है। उन्हां दे विधान सभा पहुंचण की स्थिति च कांग्रेस वालों उन्हां दे स्थान ते नवे चेहरिਆਂ ਨੂੰ मौका दिता जाएगा। कांग्रेसी हलकियां ने दस्सिया कि इस तरह एक होर मौजूदा राज सभा मैंबर शमशेर सिंह दूलो ਨੂੰ ਲੈ के भी स्थिति हाले स्पष्ट होनी बाकी है। कांग्रेस ने हाले ये तय करना है कि दूलो ਨੂੰ मुड़ राज सभा च भेजा जाए ਜਾਂ उन्हां दे स्थान ते किसी होर ਨੂੰ राज सभा विच भेजा जाए। कांग्रेस इस बार नवे चेहरिਆਂ ते दाव लगा सकती है। हाले कांग्रेस ये भी दसेगी कि विधान सभा चोणां च कांग्रेस ਨੂੰ किस तरह वोटां मिलदियां ने। राज सभा उम्मीदवारां वल्लों फैसले लैंदे समय पार्टी जाति संतुलन बनाई रखने की कोशिश कर सकती है। पार्टी ये भी देखेगी कि विधान सभा चोणां च उसनूं हिंदू वोटरां ने कितना कुछ साथ दिता है। जे हिंदू वोट वड्डी होई विखाई दिती तो कांग्रेस राज सभा लई अपने उम्मीदवारां चों एक उम्मीदवार हिंदू भाईचारिਆਂ चों सामने लैके आवेगी। कांग्रेस ने हाले ये तय करना है कि किस किस धर्म और जाति नाल संबंधित नेतावां नूं राज सभा लई चुनिया जाए। संभव ही पंजाब नाल संबंधित नेतावां नूं भी राज सभा च थां दित्ती जाएगी। कांग्रेस ये भी देखेगी कि अगलियां लोक सभा चोणां तो पहलां हुण उसनूं किस तरह की सियासी रणनीति ते काम करना पै सकदा है। रूस ਅਤੇ यूक्रेन दरमियान जारी जंग का बुरा असर दिखाई देण लग पिया है। इस कारण दुनिया भर के शेयर बाजारां च जोरदार गिरावट आई है ਅਤੇ दूजे पासे कच्चे तेल का रेट आसमान ते पहुंच गया है। अज कच्चे तेल के रेट च साल 2008 तो बाद सब तो वड्डा उछाल आया ਅਤੇ इस दी कीमत $129.50 प्रति बैरल नूं पार कर गई। पश्चिमी देश लगातार रूस ते अपनियां पाबंदियां तेज करते आ रहे हैं। संयुक्त राज्य अमरीका ਅਤੇ यूरोपी सहयोगी रूसी तेल की दरामद ते पाबंदी लगाउण ते विचार कर रहे हैं। इस कारण ब्रेंट $139.13 प्रति बैरल ਅਤੇ WTI $130.50 ਤੇ पहुंच गया। सोमवार ਨੂੰ तड़के कच्चे तेल की कीमत च अचानक $10 की तेजी आ गई ਅਤੇ इस ने 14 सालों के उच्च पद्धर ਨੂੰ छू लिया। जिक्रयोग है कि साल 2008 च कच्चा तेल $147 प्रति बैरल तक पहुंच गया। कौमांतरी पद्धर ते न्यूयॉर्क च ब्रेंट क्रूड की कीमत 10% के वाधे नाल $129.50 प्रति बैरल ते सी, जबकि अमरीकी क्रूड 8.93% वध के
$126.00 प्रति बैरल तक पहुंच गया सी। ਮਾਹਿਰਾਂ ਮੁਤਾबिक रूस ਅਤੇ यूक्रेन दरमियान जंग होर अगे ਵਧਦੀ है तो क्रूड ऑयल के रेट $185 प्रति बैरल तक पहुंच सकते हैं। ਇੱਥੇ ਤੁਹਾਨੂੰ ਦੱਸ ਦਈਏ ਕਿ ਕੌਮਾਂਤਰੀ ਪੱਧਰ ਤੇ ਜੇ ਕੱਚੇ ਤੇਲ ਦੀਆਂ ਕੀਮਤਾਂ 'ਚ $1 ਦਾ ਵਾਧਾ ਹੁੰਦਾ ਹੈ ਤਾਂ ਭਾਰਤ ਵਿੱਚ ਪੈਟਰੋਲ ਡੀਜ਼ਲ ਦਾ ਰੇਟ 50-60 ਪੈਸੇ ਵੱਧ ਜਾਂਦਾ ਹੈ। ਅਜਿਹੇ 'ਚ ਉਤਪਾਦਨ ਘੱਟ ਹੋਣ ਅਤੇ ਸਪਲਾਈ 'ਚ ਰੁਕਾਵਟ ਕਾਰਨ ਇਸ ਦੇ ਰੇਟ 'ਚ तेजी आनी तय है ਅਤੇ उम्मीद है कि कच्चा तेल $150 प्रति बैरल तो पार पहुंचण नाल भारत विच पेट्रोल डीजल दीआं कीमतां 'ਚ वाधा होवेगा। हालांकि माहिरां 'ਚ ਇਹ भी कहना है कि तेल ਦੇ रेट 'ਚ होण वाला वाधा एक वार नहीं हौली हौली करके कई दिनां 'ਚ कीता जा सकता है। क्रूड महंगा होण दे कारण पेट्रोल ਅਤੇ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ। ਤੁਹਾਡੇ ਲਈ ਆਫਿਸ ਜਾਣਾ ਮਹਿੰਗਾ ਹੋ ਜਾਵੇਗਾ। ਇਸ ਦਾ ਅਸਰ ਆਵਾਜਾਈ ਦੀ ਲਾਗਤ ਤੇ ਵੀ ਪਵੇਗਾ। इस नाल फल सब्जियां तो लैके ज़्यादातर चीज़ां महंगियां हो जाणगियां। दरअसल पेट्रोल डीजल के रेट वधन का सीधा असर महंगाई ते पैंदा है। रिटेल महंगाई पहला ही रिजर्व बैंक ऑफ इंडिया RBI की तय रेंज तो बाहर निकलती दिखाई दे रही है। रोजाना की वरतों वालियां चीज़ां महंगियां होने का सीधा असर तुहाडे परिवार के बजट ते पवेगा। लोग पहला ही पेट्रोलियम ਅਤੇ खाण वाले तेलों दीआं ਉੱਚੀਆਂ ਕੀਮਤਾਂ ਤੋਂ परेशान ने। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਪਰੇਸ਼ਾਨੀ ਹੋਰ ਵੱਧ ਸਕਦੀ ਹੈ। 15 ਰੁਪਏ ਮਹਿੰਗਾ ਹੋ ਸਕਦਾ ਪੈਟਰੋਲ। ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ। ਇਹਨਾਂ ਰਿਪੋਰਟਾਂ ਦੀ ਮੰਨੀਏ ਤਾਂ ਆਉਣ ਵਾਲੇ 2-4 ਦਿਨਾਂ ਦੇ ਅੰਦਰ ਹੀ ਦੇਸ਼ 'ਚ ਪੈਟਰੋਲ ਡੀਜ਼ਲ ਦੇ ਰੇਟ 'ਚ ਕਰਮਵਾਰ 15 ਤੋਂ 22 ਰੁਪਏ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ। ਦਰਅਸਲ ਰਿਪੋਰਟ 'ਚ ਕਿਹਾ ਗਿਆ ਕਿ ਘਰੇਲੂ ਤੇਲ ਕੰਪਨੀਆਂ ਨੂੰ ਸਿਰਫ ਲਾਗਤ ਦੀ ਭਰਪਾਈ ਲਈ 16 ਮਾਰਚ ਜਾਂ ਉਸ ਤੋਂ ਪਹਿਲਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 12 ਪ੍ਰਤੀ ਲੀਟਰ ਵਧਾਉਣੀਆਂ ਪੈਣਗੀਆਂ। ਮਾਰਜਨ ਲਾਭ ਨੂੰ ਵੀ ਜੋੜ ਲਈਏ ਤਾਂ ਉਹਨਾਂ ਨੂੰ 15 ਰੁਪਏ ਪ੍ਰਤੀ ਲੀਟਰ ਤੱਕ ਰੇਟ ਦਾ ਵਾਧਾ ਕਰਨਾ ਪਵੇਗਾ। ਜ਼ਾਹਿਰ ਹੈ ਕਿ ਜੋ ਤੇਲ ਕੰਪਨੀਆਂ ਇਹ ਵਾਧਾ ਕਰਦੀਆਂ ਨੇ ਤਾਂ ਦੇਸ਼ ਦੇ ਆਮ ਲੋਕਾਂ ਲਈ ਇੱਕ ਵੱਡਾ ਝਟਕਾ ਹੋਵੇ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।